ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇਸ ਵੀਡੀਓ ਵਿੱਚ ਅਸੀਂ ਐਡਜੈਕਟਿਵ ਬਾਰੇ ਗੱਲ ਕਰਾਂਗੇ ਕਿ ਐਡਜੈਕਟਿਵ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਆਇਲਸ ਰਾਈਟਿੰਗ ਵਿੱਚ। ਸਭ ਤੋਂ ਪਹਿਲਾਂ ਤੇ ਅਸੀਂ ਇਹ ਜਾਣੀਏ ਐਡਜੈਕਟਿਵ ਹੁੰਦੇ ਕੀ ਹੈ। ਐਡਜੈਕਟਿਵ ਨੂੰ ਪੰਜਾਬੀ ਵਿੱਚ ਅਸੀਂ ਵਿਸ਼ੇਸ਼ਣ ਕਹਿੰਦੇ ਹਾਂ। ਜਿਹੜੇ ਸ਼ਬਦ ਕਿਸੇ ਵੀ ਚੀਜ਼ ਦੇ ਨਾਊਨ ਜਾਂ ਪ੍ਰੋਨਾਊਨ ਦੀ ਵਿਸ਼ੇਸ਼ਤਾ ਦੱਸੇ ਉਹਨੂੰ ਐਡਜੈਕਟਿਵ ਕਹਿੰਦੇ ਹਾਂ। ਜਿਵੇਂ ਆਇਲਸ ਰਾਈਟਿੰਗ ਟਾਸਕ 1 ਵਿੱਚ ਅਸੀਂ ਅਕਸਰ ਦੱਸਦੇ ਹਾਂ ਬਾਰਗ੍ਰਾਫ, ਪਾਈ ਚਾਰਟ, ਟੇਬਲ ਦੇ ਵਿੱਚ ਕਿ ਕਿਹੜੀ ਚੀਜ਼ ਜ਼ਿਆਦਾ ਹੈ, ਕਿਹੜੀ ਚੀਜ਼ ਘੱਟ ਹੈ। ਲੈਸ, ਮੋਰ, ਮਿਨੀਮਮ, ਲੀਸਟ, ਇਹ ਸਭ ਐਡਜੈਕਟਿਵਸ ਨੇ। ਹੁਣ ਅਸੀਂ ਗੱਲ ਕਰਦੇ ਹਾਂ ਐਡਜੈਕਟਿਵ ਦੀ ਡਿਗਰੀਜ਼ ਬਾਰੇ। 3 ਤਰ੍ਹਾਂ ਦੀਆਂ ਡਿਗਰੀਜ਼ ਹੁੰਦੀਆਂ ਐਡਜੈਕਟਿਵ ਦੀਆਂ, ਇੱਕ ਪੋਜ਼ਿਟਿਵ, ਇੱਕ ਕੰਪੈਰੇਟਿਵ ਔਰ ਇੱਕ ਸੁਪਰਲੇਟਿਵ। ਆਇਲਸ ਰਾਈਟਿੰਗ ਟਾਸਕ 1 ਵਿੱਚ ਅਸੀਂ ਕੰਪੈਰੇਟਿਵ ਤੇ ਸੁਪਰਲੇਟਿਵ ਡਿਗਰੀ ਇਸਤੇਮਾਲ ਕਰਦੇ ਹਾਂ। ਪੋਜ਼ਿਟਿਵ ਡਿਗਰੀ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ। ਪੋਜ਼ਿਟਿਵ ਡਿਗਰੀ ਐਡਜੈਕਟਿਵ ਦੀ ਅਸੀਂ ਤਦੋਂ ਇਸਤੇਮਾਲ ਕਰਦੇ ਹਾਂ ਜਦੋਂ ਅਸੀਂ ਸਿਰਫ ਇੱਕੋ ਚੀਜ਼ ਬਾਰੇ ਗੱਲ ਕੀਤੀ ਜਾਵੇ। ਆਇਲਸ ਰਾਈਟਿੰਗ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਬਹੁਤ ਸਾਰੇ ਕੰਟਰੀਜ਼ ਹੁੰਦੇ ਆ, ਬਹੁਤ ਸਾਰੇ ਸਾਲ ਹੁੰਦੇ ਆ, ਇੱਕ ਚੀਜ਼ ਬਾਰੇ ਅਸੀਂ ਗੱਲ ਨਹੀਂ ਕਰਦੇ। ਫਿਰ ਉਸ ਤੋਂ ਬਾਅਦ ਕੰਪੈਰੇਟਿਵ ਡਿਗਰੀ। ਕੰਪੈਰੇਟਿਵ ਡਿਗਰੀ ਸਾਡਾ ਕੰਪੈਰੇਟਿਵ ਵਰਡ ਕੰਪੈਰੀਜ਼ਨ ਤੋਂ ਬਣਿਆ। ਕੰਪੈਰੀਜ਼ਨ ਦਾ ਮਤਲਬ ਤੁਲਨਾ। ਜਦੋਂ ਅਸੀਂ ਇੱਕ ਚੀਜ਼ ਦੀ ਦੂਸਰੀ ਚੀਜ਼ ਨਾਲ ਤੁਲਨਾ ਕਰਦੇ ਹਾਂ, ਇੱਕ ਕੰਟਰੀ ਦੀ ਦੂਸਰੇ ਕੰਟਰੀ ਨਾਲ ਤੁਲਨਾ ਕਰਦੇ ਹਾਂ, ਤੇ ਫਿਰ ਅਸੀਂ ਉੱਥੇ ਕੰਪੈਰੇਟਿਵ ਡਿਗਰੀ ਦਾ ਇਸਤੇਮਾਲ ਕਰਦੇ ਹਾਂ। ਉਸ ਤੋਂ ਬਾਅਦ ਸੁਪਰਲੇਟਿਵ ਡਿਗਰੀ। ਜਦੋਂ ਬਹੁਤ ਸਾਰੇ ਕੰਟਰੀਜ਼ ਦੇ ਵਿੱਚੋਂ ਦੀ ਅਸੀਂ ਦੱਸਣਾ ਹੁੰਦਾ ਕਿ ਸਾਰੇ ਕੰਟਰੀਜ਼ ਵਿੱਚੋਂ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਕਿਸ ਕੰਟਰੀ ਦੀ ਹੈ, ਤਾਂ ਫਿਰ ਅਸੀਂ ਉੱਥੇ ਸੁਪਰਲੇਟਿਵ ਡਿਗਰੀ ਇਸਤੇਮਾਲ ਕਰਦੇ ਹਾਂ। ਕੱਲੀ ਇੱਕ ਬਾਰੇ ਗੱਲ ਕਰਨਾ ਪੋਜ਼ਿਟਿਵ ਡਿਗਰੀ, 2 ਜਾਣੇ ਬਾਰੇ ਗੱਲ ਕਰਨਾ, 2 ਦੀ ਤੁਲਨਾ ਕਰਨਾ ਕੰਪੈਰੇਟਿਵ ਡਿਗਰੀ, ਬਹੁਤ ਸਾਰਿਆਂ ਦੇ ਵਿੱਚੋਂ ਦੱਸਣਾ ਕਿ ਸਭ ਤੋਂ ਜ਼ਿਆਦਾ ਹੈ ਜਾਂ ਸਭ ਤੋਂ ਘੱਟ ਹੈ, ਤੇ ਸੁਪਰਲੇਟਿਵ ਡਿਗਰੀ। ਹੁਣ ਅਸੀਂ ਗੱਲ ਕਰਦੇ ਹਾਂ ਕੰਪੈਰੇਟਿਵ ਡਿਗਰੀਜ਼। ਕੰਪੈਰੇਟਿਵ ਡਿਗਰੀਜ਼ ਅਸੀਂ ਰਾਈਟਿੰਗ ਟਾਸਕ 1 ਵਿੱਚ ਲੈਸ ਐਂਡ ਮੋਰ ਜ਼ਿਆਦਾਤਰ ਇਹੀ ਯੂਜ਼ ਕਰਦੇ ਹਾਂ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਲੈਸ ਦੈਨ ਆਉਣਾ ਜ਼ਰੂਰੀ ਹੈ, ਦੈਨ ਵਰਡ ਆਉਣਾ ਜ਼ਰੂਰੀ ਹੈ, ਤਾਂ ਹੀ ਅਸੀਂ ਕੰਪੈਰੀਜ਼ਨ ਕਰ ਸਕਾਂਗੇ 2 ਚੀਜ਼ਾਂ ਦੇ ਵਿੱਚ, ਨਹੀਂ ਤਾਂ ਕੰਪੈਰੀਜ਼ਨ ਨਹੀਂ ਹੁੰਦਾ। ਲੈਸ ਦੈਨ, ਮੋਰ ਦੈਨ, ਇਹਨੂੰ ਤੁਸੀਂ ਇਸ ਤਰੀਕੇ ਨਾਲ ਸਮਝ ਲਓ ਕਿ ਇਹ ਬੈਸਟ ਫਰੈਂਡਸ ਹੈ। ਦੈਨ ਤੋਂ ਬਿਨਾਂ ਕਦੀ ਵੀ ਲੈਸ ਨਹੀਂ ਆਉਂਦਾ, ਦੈਨ ਤੋਂ ਬਿਨਾਂ ਮੋਰ ਨਹੀਂ ਆਉਂਦਾ। ਲੈਸ ਦੈਨ, ਮੋਰ ਦੈਨ। ਹੁਣ ਅਸੀਂ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੰਪੈਰੇਟਿਵ ਡਿਗਰੀ ਦਾ ਇਸਤੇਮਾਲ ਕਿਵੇਂ ਹੁੰਦਾ ਹੈ। ਮੋਰ ਜਾਂ ਲੈਸ ਦਾ 2 ਜਾਣਿਆਂ ਵਿੱਚ ਤੁਲਨਾ ਕਿਵੇਂ ਹੁੰਦੀ ਹੈ। ਇਸ ਗ੍ਰਾਫ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਹਿਲੇ ਹੀ ਸਾਲ ਦੀ ਉਦਾਹਰਨ ਲਈ ਹੈ ਤੇ ਪਹਿਲੇ ਹੀ 2 ਬਾਰਸ ਨੂੰ ਚੁੱਕਿਆ ਹੈ। ਪਹਿਲੇ 2 ਬਾਰਸ ਹੈ ਜਿਹੜੇ ਉਹ ਡਿਫਰੈਂਟ ਏਜ ਗਰੁੱਪਸ ਨੇ। ਪਹਿਲਾ ਜਿਹੜਾ ਬਾਰ ਹੈ ਉਹ 65 ਐਂਡ ਓਵਰ ਪਾਪੂਲੇਸ਼ਨ ਹੈ। 65 ਐਂਡ ਉਸ ਤੋਂ ਉੱਪਰਲੀ ਉਮਰ ਦੇ ਜਿੰਨੇ ਲੋਕੀ ਹੈ ਉਹਨਾਂ ਦੀ ਪਾਪੂਲੇਸ਼ਨ ਦਾ ਬਾਰ ਹੈ ਉਹ। ਉਸ ਤੋਂ ਬਾਅਦ ਸੈਕਿੰਡ ਜਿਹੜਾ ਬਾਰ ਹੈ ਉਹਦੀ ਉਮਰ ਹੈ 55 to 64। ਇਹ 2 ਬਾਰਸ ਹੈ ਜਿਹੜੇ ਉਹ ਡਿਸਕਰਾਈਬ ਕਰਦੇ ਪਾਪੂਲੇਸ਼ਨ ਨੂੰ 2 ਏਜ ਗਰੁੱਪਸ ਦੀ। ਤੇ ਹੁਣ ਅਸੀਂ ਇਹਨਾਂ ਦੋਨਾਂ ਬਾਰੇ ਗੱਲ ਕਰ ਰਹੇ ਹਾਂ ਕਿ ਇਹਨਾਂ ਦੋਨਾਂ ਦੀ ਤੁਲਨਾ ਕਰ ਰਹੇ ਹਾਂ ਕਿ ਕਿਹਦੀ ਕਿੰਨੀ ਜ਼ਿਆਦਾ ਹੈ, ਕਿੰਨੀ ਘੱਟ ਹੈ। ਹੁਣ ਅਸੀਂ ਗੱਲ ਕਰੀਏ ਦ ਪਰਸੈਂਟੇਜ ਆਫ ਦ ਪਾਪੂਲੇਸ਼ਨ ਆਫ ਦ ਏਜ ਗਰੁੱਪ 55 to 64। ਅਸੀਂ ਜੇ 55 to 64 ਦੀ ਪਰਸੈਂਟੇਜ ਦੇ ਬਾਰੇ ਗੱਲ ਕਰਦੇ ਹਾਂ ਤੇ ਉਹ ਅਸੀਂ ਦੇਖਦੇ ਹਾਂ ਕਿ ਥੋੜ੍ਹੀ ਜਿਹੀ ਉਹ ਜ਼ਿਆਦਾ ਹੈ। ਸਲਾਈਟਲੀ ਵਰਡ ਦਾ ਇਸਤੇਮਾਲ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਥੋੜ੍ਹੀ ਜਿਹੀ ਹਲਕੀ ਜਿਹੀ ਉਹ ਜ਼ਿਆਦਾ ਹੈ, ਜ਼ਿਆਦਾ ਨਹੀਂ ਹੈ ਉਹਦੇ ਕੋਲੋਂ। ਉਹ ਸਲਾਈਟਲੀ ਮੋਰ ਦੈਨ ਦ ਏਜ ਗਰੁੱਪ 65 ਐਂਡ ਓਵਰ। ਕਿਹੜੇ ਏਜ ਗਰੁੱਪ ਤੋਂ ਥੋੜ੍ਹੀ ਜਿਹੀ ਜ਼ਿਆਦਾ ਹੈ? 65 ਐਂਡ ਓਵਰ ਤੋਂ। ਅਸੀਂ ਦੇਖ ਸਕਦੇ ਹਾਂ 65 ਐਂਡ ਓਵਰ ਦੀ ਜੇ ਪਾਪੂਲੇਸ਼ਨ ਅਸੀਂ ਦੇਖੀਏ ਤਾਂ ਹੋ ਸਕਦਾ ਹੈ ਅਪਰੋਕਸੀਮੇਟਲੀ 11%, ਔਰ ਉਸ ਤੋਂ ਜ਼ਿਆਦਾ ਥੋੜ੍ਹੀ ਜਿਹੀ ਜ਼ਿਆਦਾ ਸਾਡੀ 55 to 64 ਏਜ ਗਰੁੱਪ ਦੀ ਪਾਪੂਲੇਸ਼ਨ ਹੈ ਜੋ ਕਿ ਸਿਰਫ 1% ਜ਼ਿਆਦਾ ਹੈ, 11%। ਇਸ ਕਰਕੇ ਅਸੀਂ ਇੱਥੇ ਸਲਾਈਟਲੀ ਵਰਡ ਦਾ ਇਸਤੇਮਾਲ ਕੀਤਾ ਹੈ ਕਿ ਜਿਹੜੀ ਪਰਸੈਂਟੇਜ ਹੈ, ਪਾਪੂਲੇਸ਼ਨ ਹੈ ਜਿਹੜੀ ਉਹ ਇਸ ਗਰੁੱਪ ਦੀ ਥੋੜ੍ਹੀ ਜਿਹੀ ਜ਼ਿਆਦਾ ਹੈ ਦੂਜੇ ਗਰੁੱਪ ਨਾਲੋਂ।
ਹੁਣ ਅਸੀਂ दूसरी एग्जाम्पल स्टडी करांगे। ਇਹਦੇ ਵਿੱਚ ਵੀ कंपैरिजन ही करांगे। ਪਹਿਲਾਂ ਅਸੀਂ मोर ਕੀਤਾ ਸੀ, ਹੁਣ ਅਸੀਂ ਲੈਸ ਕਰਾਂਗੇ। कंपैरिजन ਕਿੰਨਿਆਂ ਵਿੱਚ ਹੁੰਦਾ ਹੈ? 2 ਵਿੱਚ, ਠੀਕ ਹੈ। ਤੇ 2 ਵਿੱਚ कंपैरिजन ਕਰਕੇ ਅਸੀਂ ਹੁਣ ਲੈਸ ਲਗਾਉਣਾ ਹੈ। ਤੇ ਹੁਣ ਅਸੀਂ ਓਵਰਆਲ ਦੇਖੀਏ ਸਾਰਾ ਗ੍ਰਾਫ, ਤੇ ਇਹਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਸਿਰਫ 1990 ਨੂੰ ਛੱਡ ਕੇ ਸਿਰਫ ਇੱਕੋ ਸਾਲ 1990 ਵਿੱਚ ਕੀ ਹੁੰਦਾ, ਉਹਦੇ ਵਿੱਚ ਕੀ ਸੀ, ਜਿਹੜੀ ਪੋਪੂਲੇਸ਼ਨ ਸੀ 55 to 64 ਦੀ, ਉਹ 65 ਐਂਡ ਓਵਰ ਦੇ ਨਾਲੋਂ ਜ਼ਿਆਦਾ ਹੈ। ਬਾਕੀ ਸਾਰੇ ਸਾਲਾਂ ਵਿੱਚ ਤੁਸੀਂ ਧਿਆਨ ਨਾਲ ਦੇਖੋ ਉਹਦੀ ਪੋਪੂਲੇਸ਼ਨ ਘੱਟ ਹੈ, ਠੀਕ ਹੈ। ਬਾਕੀ ਸਾਰੇ ਸਾਲ ਜਿੰਨੇ ਵੀ ਹੈ 2000, 2010, 2020, ਇਹ ਤਿੰਨੋਂ ਸਾਲਾਂ ਵਿੱਚ ਜਿਹੜੀ ਏਜ ਗਰੁੱਪ ਹੈ 55 to 64, ਉਹਦੀ ਜਿਹੜੀ ਪੋਪੂਲੇਸ਼ਨ ਹੈ ਉਹ 65 ਐਂਡ ਓਵਰ ਏਜ ਗਰੁੱਪ ਨਾਲੋਂ ਘੱਟ ਹੈ। ਇਸ ਕਰਕੇ ਅਸੀਂ ਐਕਸਕਲੂਡਿੰਗ ਵਰਡ ਦਾ ਇਸਤੇਮਾਲ ਕਰਾਂਗੇ। ਤੇ ਇਹਦੇ ਨਾਲ ਤੁਸੀਂ ਇਹ ਸਮਝ ਲੈਣਾ ਕਿ ਐਕਸਕਲੂਡਿੰਗ ਵਰਡ ਨੂੰ ਕਿੱਦਾਂ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਇਹਨੂੰ ਬਾਹਰ ਕੱਢ ਦਿੱਤਾ। ਐਕਸਕਲੂਡ ਕਰਨਾ ਮਤਲਬ ਬਾਹਰ ਕੱਢ ਦੇਣਾ। 1999 ਨੂੰ ਛੱਡ ਕੇ 1900 ਨੂੰ ਛੱਡ ਕੇ 1990 ਨੂੰ ਛੱਡ ਕੇ, ਮੇਰੇ ਕੋਲ ਸਾਲ ਸਹੀ ਤਰੀਕੇ ਨਾਲ ਪੜ੍ਹਿਆ ਨਹੀਂ ਗਿਆ, 1990 ਨੂੰ ਛੱਡ ਕੇ, ਇਹ ਸਾਲ ਪਹਿਲੇ ਸਾਲ ਨੂੰ ਛੱਡ ਕੇ ਐਕਸਕਲੂਡ ਕਰਕੇ ਐਕਸਕਲੂਡਿੰਗ 1990 ਕੌਮਾ ਆਣਾ ਜ਼ਰੂਰੀ ਹੈ। The rate of population of age group 55 to 64 was less than 65 and over in all the given years। ਸਾਰੇ ਦਿੱਤੇ ਹੋਏ ਸਾਲਾਂ ਵਿੱਚ ਜਿਹੜੀ ਏਜ ਗਰੁੱਪ ਹੈ 55 to 64, ਉਹਦੀ ਪੋਪੂਲੇਸ਼ਨ ਹੈ ਉਹ ਕੀ ਹੈ, 65 ਐਂਡ ਓਵਰ ਦੀ ਪੋਪੂਲੇਸ਼ਨ ਨਾਲੋਂ ਘੱਟ ਹੈ, ਠੀਕ ਹੈ। ਸਾਰੇ ਸਾਲਾਂ ਵਿੱਚ, ਕਿਹੜੇ ਸਾਲਾਂ ਵਿੱਚ? 2000 ਵਿੱਚ, 2010 ਵਿੱਚ, 2020 ਵਿੱਚ, ਤਿੰਨੋਂ ਦੇ ਤਿੰਨੋਂ ਦਿੱਤੇ ਹੋਏ ਸਾਲਾਂ ਵਿੱਚ ਇਹਦੀ ਜਿਹੜੀ ਪੋਪੂਲੇਸ਼ਨ ਹੈ 55 to 64 ਦੀ, ਉਹ ਘੱਟ ਹੈ ਕਿਹਦੇ ਨਾਲੋਂ? 65 ਐਂਡ ਓਵਰ ਨਾਲੋਂ। ਪਰ ਕਿਹਨੂੰ ਛੱਡ ਕੇ, ਕਿਹੜੇ ਸਾਲ ਨੂੰ ਛੱਡ ਕੇ? 1990 ਵਿੱਚ। ਉਹਦੇ ਵਿੱਚ ਇਹਦੀ ਪੋਪੂਲੇਸ਼ਨ ਘੱਟ ਨਹੀਂ ਹੈ, ਇਹਦੀ ਪੋਪੂਲੇਸ਼ਨ ਜ਼ਿਆਦਾ ਹੈ। ਉਮੀਦ ਕਰਦੀ ਹਾਂ ਤੁਹਾਨੂੰ ਐਕਸਕਲੂਡਿੰਗ ਵਾਲਾ ਸੈਂਟੈਂਸ ਬਣਾਉਣਾ ਆ ਗਿਆ ਹੋਵੇਗਾ। ਐਕਸਕਲੂਡਿੰਗ ਅਸੀਂ ਵਰਡ ਕਿਵੇਂ ਯੂਜ਼ ਕਰਦੇ ਹਾਂ ਤੇ ਉਹ ਸੈਂਟੈਂਸ ਕਿੱਦਾਂ ਬਣਾਉਂਦੇ ਹਾਂ, ਤੇ ਉਹ ਤੁਹਾਨੂੰ ਚੰਗੀ ਤਰ੍ਹਾਂ ਆ ਗਿਆ ਹੋਵੇਗਾ। ਹੁਣ ਅਸੀਂ ਗੱਲ ਕਰਾਂਗੇ ਸੁਪਰਲੇਟਿਵ ਡਿਗਰੀ ਬਾਰੇ। ਸੁਪਰਲੇਟਿਵ ਡਿਗਰੀ ਪਹਿਲਾਂ ਅਸੀਂ ਜ਼ਿਆਦਾ ਬਾਰੇ ਗੱਲ ਕਰਾਂਗੇ ਕਿ ਇਹਨਾਂ ਸਾਰੇ ਦੇਸ਼ਾਂ ਵਿੱਚੋਂ ਸਭ ਤੋਂ ਜ਼ਿਆਦਾ, ਇਹਨਾਂ ਸਾਰੇ ਸਾਲਾਂ ਵਿੱਚੋਂ ਸਭ ਤੋਂ ਜ਼ਿਆਦਾ ਦੀ ਅਸੀਂ ਗੱਲ ਕਰਾਂਗੇ। ਦਾ ਮੈਕਸਿਮਮ, ਦਾ ਹਾਈਐਸਟ, ਦਾ ਲਾਰਜੈਸਟ। ਜਿਵੇਂ ਕਿ ਅਸੀਂ ਕੰਪੈਰੇਟਿਵ ਡਿਗਰੀ ਬਾਰੇ ਗੱਲ ਕੀਤੀ ਸੀ ਕਿ ਜਿੱਦਾਂ ਹੀ ਕੰਪੈਰੇਟਿਵ ਡਿਗਰੀ ਲਗਾਉਂਦੇ ਆ ਤਾਂ ਉਸ ਤੋਂ ਬਾਅਦ ਕਿਹੜਾ ਵਰਡ ਲਗਾਉਂਦੇ ਆ? ਦੈਨ। ਇਸੇ ਤਰੀਕੇ ਨਾਲ ਸੁਪਰਲੇਟਿਵ ਡਿਗਰੀ ਦਾ ਨਿਯਮ ਹੈ ਕਿ ਜਿਵੇਂ ਹੀ ਅਸੀਂ ਸੁਪਰਲੇਟਿਵ ਡਿਗਰੀ ਲਗਾਉਂਦੇ ਆ ਉਸ ਤੋਂ ਪਹਿਲਾਂ ਅਸੀਂ ਆਰਟੀਕਲ ਲਗਾਉਂਦੇ ਆ ਦਾ। ਇਹ ਦੋਨੋਂ ਬੈਸਟ ਫਰੈਂਡਸ ਹੈ। ਦਾ ਸੁਪਰਲੇਟਿਵ ਡਿਗਰੀ, ਦਾ ਸੁਪਰਲੇਟਿਵ ਡਿਗਰੀ, ਦਾ ਸੁਪਰਲੇਟਿਵ ਡਿਗਰੀ, ਦਾ ਮੈਕਸਿਮਮ, ਦਾ ਹਾਈਐਸਟ, ਦਾ ਲਾਰਜੈਸਟ। ਦਾ ਲਗਾਉਣਾ ਜ਼ਰੂਰੀ ਹੈ ਸੁਪਰਲੇਟਿਵ ਡਿਗਰੀ ਦੇ ਨਾਲ, ਸੁਪਰਲੇਟਿਵ ਡਿਗਰੀ ਤੋਂ ਪਹਿਲਾਂ। ਔਰ ਦੈਨ ਲਗਾਉਣਾ ਕੰਪੈਰੇਟਿਵ ਡਿਗਰੀ ਤੋਂ ਬਾਅਦ ਬਹੁਤ ਇੰਪੋਰਟੈਂਟ ਹੈ। ਹੁਣ ਅਸੀਂ ਐਗਜ਼ਾਮਪਲ ਕਰਾਂਗੇ। ਇਹਦੇ ਵਿੱਚ ਤੁਸੀਂ ਓਵਰਆਲ ਦੇਖੋ। ਓਵਰਆਲ ਜੇ ਅਸੀਂ ਗੱਲ ਕਰੀਏ, ਗ੍ਰੇ ਕਲਰ ਦਾ ਜਿਹੜਾ ਸਾਡਾ ਬਾਰ ਹੈ ਉਹ ਏਜ ਗਰੁੱਪ ਹੈ 25 to 54। ਥਰਡ ਬਾਰ ਗ੍ਰੇ ਕਲਰ ਦਾ 25 to 54 ਏਜ ਗਰੁੱਪ ਦਾ। ਜੇ ਅਸੀਂ ਚਾਰੋਂ ਸਾਲਾਂ ਦੀ ਗੱਲ ਕਰੀਏ ਤੇ ਚਾਰੋਂ ਸਾਲਾਂ ਵਿੱਚ ਅਸੀਂ ਧਿਆਨ ਨਾਲ ਦੇਖੀਏ ਤਾਂ ਜਿਹੜਾ ਗ੍ਰੇ ਵਾਲਾ ਬਾਰ ਹੈ ਉਹ ਸਭ ਤੋਂ ਉੱਪਰ ਜਾ ਰਿਹਾ, ਮਤਲਬ ਸਭ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ ਉਹ ਗ੍ਰੇ ਕਲਰ ਦੇ ਬਾਰ ਦੀ ਹੈ, ਮਤਲਬ 25 to 54 ਏਜ ਗਰੁੱਪ ਦੀ ਹੈ। ਤੇ ਫਿਰ ਅਸੀਂ ਓਵਰਆਲ ਵਿੱਚ ਆ ਜਾਣਾ ਹੈ। ਦਾ ਮੈਕਸਿਮਮ ਮਤਲਬ ਸਭ ਤੋਂ ਜ਼ਿਆਦਾ। ਦਾ ਮੈਕਸਿਮਮ ਪੋਪੂਲੇਸ਼ਨ ਇਨ ਆਲ ਦ ਗਿਵਨ ਈਅਰਸ, ਸਾਰੇ ਜਿੰਨੇ ਦਿੱਤੇ ਹੋਏ ਆ ਸਾਲ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਉਹ ਕਿਸ ਏਜ ਗਰੁੱਪ ਦੀ ਹੈ? was of the age group 25 to 54। ਉਹ ਕਿਸ ਏਜ ਗਰੁੱਪ ਦੀ ਸੀ? 25 to 54 ਏਜ ਗਰੁੱਪ ਦੀ। ਠੀਕ ਹੈ, ਬਹੁਤ ਆਸਾਨ ਹੈ, ਤੁਹਾਨੂੰ ਸਮਝ ਲੱਗ ਗਿਆ ਹੋਣਾ। ਓਵਰਆਲ ਜੇ ਦੇਖਿਆ ਜਾਵੇ ਤੇ ਇਸ ਤਰੀਕੇ ਨਾਲ ਕਿ ਇਸ ਏਜ ਗਰੁੱਪ ਦੀ 25 to 54 ਏਜ ਗਰੁੱਪ ਦੀ ਪੋਪੂਲੇਸ਼ਨ
ਚਾਰੋਂ ਦੇ ਚਾਰੋਂ ਸਾਲਾਂ ਵਿੱਚ, ਇੱਥੇ ਐਕਸਕਲੂਡਿੰਗ ਯੂਜ਼ ਹੀ ਨਹੀਂ ਕਰ ਸਕਦੇ ਕਿਉਂਕਿ ਚਾਰੋਂ ਸਾਲਾਂ ਵਿੱਚ ਸੇਮ ਹੀ ਚੀਜ਼ ਹੋਈ ਹੈ। ਚਾਰੋਂ ਸਾਲਾਂ ਵਿੱਚ ਇਹਦੀ ਪੋਪੂਲੇਸ਼ਨ, ਇਸ ਏਜ ਗਰੁੱਪ ਦੀ ਪੋਪੂਲੇਸ਼ਨ ਸਭ ਤੋਂ ਜ਼ਿਆਦਾ ਸੀ। ਹੁਣ ਅਸੀਂ ਨੈਕਸਟ ਐਗਜ਼ਾਮਪਲ ਕਰਾਂਗੇ। ਕੋਈ ਫਰਕ ਨਹੀਂ ਹੈ, ਬਸ ਸਿਨੋਨਿਮ ਲੱਗ ਗਿਆ। ਪਹਿਲਾਂ ਅਸੀਂ ਮੈਕਸਿਮਮ ਯੂਜ਼ ਕੀਤਾ ਸੀ, ਹੁਣ ਅਸੀਂ ਮੈਕਸਿਮਮ ਦੀ ਜਗ੍ਹਾ ਹਾਈਐਸਟ ਵਰਡ ਯੂਜ਼ ਕਰ ਰਹੇ ਹਾਂ। ਫਰਕ ਕੁਝ ਵੀ ਨਹੀਂ ਹੈ। ਆਸਟ੍ਰੇਲੀਆ ਹੈਡ ਦਾ ਹਾਈਐਸਟ ਪਰਸੈਂਟੇਜ। ਹੁਣ ਤੁਸੀਂ ਦੇਖੋ ਆਸਟ੍ਰੇਲੀਆ ਦੀ ਪਰਸੈਂਟੇਜ ਸਭ ਤੋਂ ਜ਼ਿਆਦਾ ਹੈ ਕਿਸ ਚੀਜ਼ ਦੀ? ਆਫ ਫੀਮੇਲ ਸਕੂਲ ਲੀਵਰਸ ਗੋਇੰਗ ਇਨਟੂ ਹਾਇਰ ਐਜੂਕੇਸ਼ਨ। ਔਰ ਕਦੋਂ ਸਭ ਤੋਂ ਜ਼ਿਆਦਾ ਹੈ? ਇਨ 1980 ਵਿੱਚ, ਮਤਲਬ ਬਲੂ ਵਾਲੇ ਗ੍ਰਾਫ ਵਿੱਚ। ਅਸੀਂ 2005 ਕਿਉਂ ਨਹੀਂ ਕਿਹਾ? ਕਿਉਂਕਿ 2005 ਵਿੱਚ ਸਿਰਫ ਆਸਟ੍ਰੇਲੀਆ ਦੀ ਮੈਕਸਿਮਮ ਨਹੀਂ ਹੈ ਪਰਸੈਂਟੇਜ, ਬਟ USA ਦੀ ਵੀ ਹੈ। ਇਸ ਕਰਕੇ ਅਸੀਂ ਦੋਨੋਂ ਸਾਲ ਦੇ ਬਾਰੇ ਗੱਲ ਨਹੀਂ ਕੀਤੀ, ਅਸੀਂ ਸਿਰਫ 1980 ਦੀ ਗੱਲ ਕੀਤੀ ਹੈ ਕਿ 1980 ਵਿੱਚ ਆਸਟ੍ਰੇਲੀਆ ਦੀ ਸਭ ਤੋਂ ਜ਼ਿਆਦਾ ਪਰਸੈਂਟੇਜ ਸੀ ਫੀਮੇਲ ਸਕੂਲ ਲੀਵਰਸ ਦੀ, ਜਿਹੜੇ ਕਿ ਹਾਇਰ ਐਜੂਕੇਸ਼ਨ ਲਈ ਗਏ। ਹੁਣ ਅਸੀਂ ਗੱਲ ਕਰਾਂਗੇ ਸਭ ਤੋਂ ਘੱਟ। ਪਹਿਲਾਂ ਸਭ ਤੋਂ ਵੱਧ ਕੀਤੀ, ਹੁਣ ਸਭ ਤੋਂ ਘੱਟ। ਦਾ ਮਿਨੀਮਮ, ਦਾ ਲੋਐਸਟ, ਦਾ ਲੀਸਟ। ਹੁਣ ਇਹ ਤਿੰਨ ਸਿਨੋਨਿਮ ਹੈ। ਜਿੱਦਾਂ ਪਹਿਲਾਂ 3 ਵਰਡਸ ਸਿਮਿਲਰ ਮੀਨਿੰਗ ਦੇ ਨਾਲ ਦਿੱਤੇ ਗਏ ਸੀ, ਐਦਾਂ ਹੀ ਹੁਣ 3 ਵਰਡਸ ਹੋਰ ਦਿੱਤੇ ਗਏ ਜਿਨ੍ਹਾਂ ਦਾ ਮੀਨਿੰਗ ਸੇਮ ਹੈ। ਦਾ ਮਿਨੀਮਮ, ਦਾ ਲੋਐਸਟ, ਦਾ ਲੀਸਟ। ਸਭ ਤੋਂ ਘੱਟ। ਹੁਣ ਅਸੀਂ ਐਗਜ਼ਾਮਪਲ ਅੰਡਰਸਟੈਂਡ ਕਰਾਂਗੇ। ਟੋਟਲ 5 ਕੰਟਰੀਜ਼ ਦਿੱਤੇ ਨੇ, 2 ਈਅਰਸ ਦਿੱਤੇ ਨੇ, ਤੇ ਪਰਸੈਂਟੇਜ ਫੀਮੇਲ ਸਕੂਲ ਲੀਵਰਸ ਦੀ ਦਿੱਤੀ ਹੋਈ ਹੈ ਗੋਇੰਗ ਇਨਟੂ ਹਾਇਰ ਐਜੂਕੇਸ਼ਨ। ਹੁਣ ਅਸੀਂ ਗੱਲ ਕਰਾਂਗੇ ਸਭ ਤੋਂ ਘੱਟ। ਅਸੀਂ 1980 ਨੂੰ ਸਿਲੈਕਟ ਕੀਤਾ ਹੈ। 1980 ਨੂੰ ਅਸੀਂ ਚੁਣਿਆ। 1980 ਵਿੱਚ ਬਲੂ ਕਲਰ ਦਾ ਜਿਹੜਾ ਬਾਰ ਹੈ ਉਹ 1980 ਦੇ ਬਾਰੇ ਦੱਸਦਾ ਹੈ। ਉਹਦੇ ਵਿੱਚ ਦੱਸਦਾ ਹੈ ਕਿ ਸਭ ਤੋਂ ਘੱਟ ਫੀਮੇਲ ਸਕੂਲ ਲੀਵਰਸ ਦੀ ਪਰਸੈਂਟੇਜ ਕਿਹੜੇ ਕੰਟਰੀ 'ਚ ਸੀ? ਕਿਹੜੀ ਕੰਟਰੀ 'ਚ ਸੀ? ਸਾਊਥ ਕੋਰੀਆ। ਸਾਊਥ ਕੋਰੀਆ ਹੈਡ ਦ ਲੀਸਟ ਪਰਸੈਂਟੇਜ ਆਫ ਫੀਮੇਲ ਸਕੂਲ ਲੀਵਰਸ ਗੋਇੰਗ ਇਨਟੂ ਹਾਇਰ ਐਜੂਕੇਸ਼ਨ। ਕਦੋਂ? ਇਨ 1980। ਦ ਲੀਸਟ, ਸਭ ਤੋਂ ਘੱਟ। ਜੇ ਅਸੀਂ 2015 ਬਾਰੇ ਗੱਲ ਕਰੀਏ ਤਾਂ 2015 ਵਿੱਚ ਵੀ ਸਾਊਥ ਕੋਰੀਆ ਵਿੱਚ ਸਭ ਤੋਂ ਘੱਟ ਪਰਸੈਂਟੇਜ ਫੀਮੇਲ ਸਕੂਲ ਲੀਵਰਸ ਦੀ ਹੈ। ਅਤੇ ਅਸੀਂ ਇਹਦੇ ਵਿੱਚ 1980 ਦੇ ਨਾਲ ਅਸੀਂ ਐਂਡ 2015 ਵੀ ਲਿਖ ਸਕਦੇ ਹਾਂ, ਜਾਂ ਫਿਰ ਇੱਦਾਂ ਵੀ ਲਿਖ ਸਕਦੇ ਇਨ ਦਾ ਗਿਵਨ ਈਅਰਸ। ਅਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ। ਓਵਰਆਲ ਵਿੱਚ ਆ ਜਾਏਗਾ ਕਿ ਦੋਨਾਂ ਸਾਲਾਂ ਵਿੱਚ ਸਾਊਥ ਕੋਰੀਆ ਵਿੱਚ ਸਭ ਤੋਂ ਘੱਟ ਪਰਸੈਂਟੇਜ ਫੀਮੇਲ ਸਕੂਲ ਲੀਵਰਸ ਦੀ ਦੇਖਣ ਨੂੰ ਮਿਲੀ ਹੈ। ਹੁਣ ਅਸੀਂ ਸਿਨੋਨਿਮ ਦਾ ਲੀਸਟ ਦਾ ਅਸੀਂ ਯੂਜ਼ ਕਰਨਾ ਦਾ ਮਿਨੀਮਮ। ਮੀਨਿੰਗ ਸੇਮ ਹੈ, ਸਿਨੋਨਿਮ ਯੂਜ਼ ਕਰ ਰਹੇ ਹਾਂ ਅਸੀਂ। ਦ ਪੋਪੂਲੇਸ਼ਨ ਆਫ ਏਜ ਗਰੁੱਪ 15 to 24 ਵਾਜ਼ ਦਾ ਮਿਨੀਮਮ। ਸਭ ਤੋਂ ਘੱਟ ਪੋਪੂਲੇਸ਼ਨ ਇਸ ਏਜ ਗਰੁੱਪ ਦੀ ਸੀ ਕਿਹੜੇ ਸਾਲ ਵਿੱਚ? 2020 ਵਿੱਚ। ਅਸੀਂ 2020 ਸਾਲ ਚੁਣਿਆ। 2020 ਵਿੱਚ ਤੁਲਨਾ ਕੀਤੀ। ਟੋਟਲ ਕਿੰਨੇ ਏਜ ਗਰੁੱਪਸ? 1 2 3 4 5 5 ਏਜ ਗਰੁੱਪਸ ਦੀ ਤੁਲਨਾ ਕੀਤੀ। 5 ਏਜ ਗਰੁੱਪਸ ਦੇ ਵਿੱਚੋਂ ਦੀ ਅਸੀਂ ਦੱਸਿਆ ਕਿ ਸਭ ਤੋਂ ਘੱਟ ਕਿਸ ਏਜ ਗਰੁੱਪ ਦੀ ਪੋਪੂਲੇਸ਼ਨ ਹੈ। ਦ ਪੋਪੂਲੇਸ਼ਨ ਆਫ ਏਜ ਗਰੁੱਪ 15 to 24 was the minimum। ਸਭ ਤੋਂ ਘੱਟ ਪੋਪੂਲੇਸ਼ਨ 15 to 24 ਏਜ ਗਰੁੱਪ ਦੀ ਸੀ ਕਿਸ ਸਾਲ ਵਿੱਚ? 2020 ਵਿੱਚ। ਹੁਣ ਅਸੀਂ ਨੈਕਸਟ ਐਡਜੈਕਟਿਵ ਦੀ ਗੱਲ ਕਰਾਂਗੇ, ਸੇਮ। ਠੀਕ ਹੈ, ਸੇਮ ਦੀ ਗੱਲ ਕਰਾਂਗੇ। ਹੁਣ ਸੇਮ ਦਾ ਵੀ ਰੂਲ ਹੈ ਗ੍ਰਾਮੈਟੀਕਲ। ਜਦੋਂ ਅਸੀਂ ਸੇਮ ਦੀ ਗੱਲ ਕਰਦੇ ਹਾਂ ਤਾਂ ਸੇਮ ਤੋਂ ਪਹਿਲਾਂ ਦਾ ਆਏਗਾ। ਜਿਵੇਂ ਸੁਪਰਲੇਟਿਵ ਡਿਗਰੀ ਤੋਂ ਪਹਿਲਾਂ ਦਾ ਆਉਂਦਾ ਹੈ, ਉਸੇ ਤਰੀਕੇ ਨਾਲ ਸੇਮ ਤੋਂ ਪਹਿਲਾਂ ਦਾ ਆਏਗਾ। ਦਾ ਸੇਮ। The population of the age group 15 to 64 and 65 and over was almost the same in the year 2000। ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ, ਜੇ ਅਸੀਂ 2000 ਦੀ ਗੱਲ ਕਰਦੇ ਹਾਂ ਤੇ 2000 ਵਿੱਚ ਜਿਹੜੀ ਪੋਪੂਲੇਸ਼ਨ ਦੋ ਏਜ ਗਰੁੱਪਸ ਦੀ ਸੀ 55 to 64 ਤੇ 65 and over ਦੀ, ਉਹ ਲਗਭਗ ਕੀ ਹੈ? ਸੇਮ, ਲਗਭਗ ਬਰਾਬਰ ਹੈ। ਠੀਕ ਹੈ, ਆਲਮੋਸਟ ਦਾ ਸੇਮ। ਆਲਮੋਸਟ ਮਤਲਬ ਅਸੀਂ ਕਦੋਂ ਲਗਾਉਣਾ ਹੈ? ਜਦੋਂ ਪੂਰੀ ਤਰ੍ਹਾਂ ਨਾਲ ਸੇਮ ਨਹੀਂ ਹੈ ਪਰ ਆਲਮੋਸਟ ਸੇਮ ਹੈ। ਠੀਕ ਹੈ ਜੀ, ਇੱਕ ਅੱਧੇ ਪਰਸੈਂਟੇਜ ਦਾ ਫਰਕ ਹੈ ਬਸ। ਠੀਕ ਹੈ, ਵਾਜ਼ ਆਲਮੋਸਟ ਦਾ ਸੇਮ।
ਹੁਣ ਨੈਕਸਟ ਐਗਜ਼ਾਮਪਲ ਵਿੱਚ ਅਸੀਂ ਦੇਖਦੇ ਹਾਂ ਆਲਮੋਸਟ ਨਹੀਂ ਹੈ, ਸੇਮ ਹੈ, ਪੂਰੀ ਦੀ ਪੂਰਾ ਸੇਮ ਪਰਸੈਂਟੇਜ ਹੈ। ਠੀਕ ਹੈ, ਕਿੱਥੇ? ਆਸਟ੍ਰੇਲੀਆ ਵਿੱਚ। ਦ ਪਰਸੈਂਟੇਜ ਆਫ ਫੀਮੇਲ ਸਕੂਲ ਲੀਵਰਸ ਗੋਇੰਗ ਇਨਟੂ ਹਾਇਰ ਐਜੂਕੇਸ਼ਨ ਪੋਪੂਲੇਸ਼ਨ ਵਾਸ ਦ ਸੇਮ। ਆਲਮੋਸਟ ਦ ਸੇਮ ਨਹੀਂ ਆਏਗਾ, ਦ ਸੇਮ ਇਨ ਆਸਟ੍ਰੇਲੀਆ ਇਨ ਬੋਥ ਦ ਗਿਵਨ ਈਅਰਸ। ਦਿੱਤੇ ਹੋਏ ਦੋਨੋਂ ਸਾਲਾਂ ਵਿੱਚ ਜਿਹੜੀ ਪਰਸੈਂਟੇਜ ਸੀ ਫੀਮੇਲ ਸਕੂਲ ਲੀਵਰਸ ਦੀ, ਉਹ ਆਸਟ੍ਰੇਲੀਆ ਵਿੱਚ ਸੇਮ ਸੀ, ਬਰਾਬਰ ਸੀ। ਸੇਮ ਦਾ ਸਿਨੋਨਿਮ ਹੈ ਸਿਮਿਲਰ, ਬਟ ਇੱਥੇ ਇੱਕ ਫਰਕ ਹੈ ਕਿ ਸਿਮਿਲਰ ਦੇ ਨਾਲ ਅਸੀਂ ਦ ਆਰਟੀਕਲ ਨਹੀਂ ਲਗਾਉਣਾ, ਅਸੀਂ ਸਿਮਿਲਰ ਕੱਲਾ ਲਗਾਵਾਂਗੇ। ਸਿਮਿਲਰ ਕੱਲਾ ਵਰਡ ਲਿਖਾਂਗੇ, ਦ ਸਿਮਿਲਰ ਲਿਖ ਦਿੱਤਾ ਤੇ ਸਾਡੀ ਗ੍ਰਾਮੈਟੀਕਲ ਗਲਤੀ ਹੋ ਜਾਏਗੀ। ਠੀਕ ਹੈ ਜੀ, ਦ ਸੇਮ ਔਰ ਸਿਮਿਲਰ ਫਰਕ ਹੈ। ਠੀਕ ਹੈ, ਸੇਮ ਦੇ ਨਾਲ ਦਾ ਆਣਾ ਹੈ, ਸਿਮਿਲਰ ਦੇ ਨਾਲ ਕੋਈ ਆਰਟੀਕਲ ਨਹੀਂ ਆਏਗਾ। ਦ ਪਰਸੈਂਟੇਜ ਆਫ ਫੀਮੇਲ ਸਕੂਲ ਲੀਵਰਸ ਗੋਇੰਗ ਇਨਟੂ ਹਾਇਰ ਐਜੂਕੇਸ਼ਨ ਪੋਪੂਲੇਸ਼ਨ ਵਾਸ ਸਿਮਿਲਰ। ਕਿੱਥੇ ਸਿਮਿਲਰ ਸੀ? ਦੋ ਕੰਟਰੀਜ਼ ਵਿੱਚ ਸਿਮਿਲਰ ਸੀ, USA ਐਂਡ ਆਸਟ੍ਰੇਲੀਆ ਵਿੱਚ। ਕਦੋਂ? ਇਨ 2015 was similar in 2015। ऑरेंज वाला ग्राफ ਅਸੀਂ ਜੇ ਦੇਖ ਰਹੇ ਹਾਂ, ऑरेंज वाला बार USA ਦਾ, ਆਸਟ੍ਰੇਲੀਆ ਦਾ, ਦੋਨਾਂ ਦਾ ਸੇਮ ਪਰਸੈਂਟੇਜ ਸ਼ੋ ਕਰਦਾ ਹੈ।